ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ, ਉੱਗੇ ਸਿਆਸੀ ਮਾਹਰ ਨੇ। ਕਿਸਾਨਾਂ ਦੀ ਜਿਹੜੀ ਕੇਂਦਰ ਨਾਲ ਹੁਣ ਮੀਟਿੰਗ ਹੋਈ ਹੈ ਉਸ ਦੇ ਬਾਰੇ ਗੱਲਬਾਤ ਕਰ ਲੈਂਦੇ ਆ। ਮਨਜੀਤ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਹੁਣ ਦੀ ਮੀਟਿੰਗ ਨੂੰ? देखो सुखविंदर जी, एक गल बड़ी चंगी है और मेरा ख्याल बहुत स्ट्रगल तो बाद पहली बारी थोड़ी सुखत मीटिंग हुई है और ਉਹਦੇ ਵਿੱਚ ਸੁਖਤ ਹੋਣ ਦਾ ਕਾਰਨ ਇਹ ਆ ਕਿ ਸਰਕਾਰ ਬੈਕਫੁੱਟ ਤੇ ਚੱਲਣੀ ਸ਼ੁਰੂ ਹੋ ਗਈ ਹੈ। ਸਾਨੂੰ ਪਹਿਲੇ ਦਿਨ ਤੋਂ ਹੀ ਨਜ਼ਰ ਲੱਗਦਾ, ਇਹ ਨਜ਼ਰ ਆ ਰਿਹਾ ਸੀਗਾ, ਪਰ ਸਰਕਾਰ ਜਿਸ ਕਿਸਮ ਨਾਲ ਜਿੰਨੀ ਜ਼ਿਆਦਾ ਆਕੜੀ ਸੀ, ਸਾਨੂੰ ਤੇ ਲੱਗਦਾ ਸੀ ਬੈਕਫੁੱਟ ਤੇ ਵਾਕ ਹੀ ਨਹੀਂ ਕਰੂਗੀ, ਭੱਜੂਗੀ। ਤੇ ਉਹ ਅਜੇ ਭੱਜਣ ਵਾਲੀ ਨੌਬਤ ਨਹੀਂ ਆਈ। ਉਹ ਵੀ ਥੋੜੇ ਜਿਹੇ ਤੁਸੀਂ ਹਫਤਾ ਦੇ 10 ਦਿਨ ਦੇ ਵਿੱਚ ਦੇਖੋਗੇ ਕਿ ਸਾਰਾ ਕੁਝ ਕਾਫੀ ਸਰਕਾਰ ਉਸ ਜਗ੍ਹਾ ਤੇ ਆ ਜਾਊਗੀ ਜਿਹੜੀ ਕੁਤਬ ਮੀਨਾਰ ਤੋਂ ਚੜ੍ਹ ਕੇ ਗੱਲਾਂ ਕਰਦੇ ਸੀ, ਥੱਲੇ ਧਰਤੀ ਤੇ ਉਤਰ ਆਉਣਗੇ। ਅੱਜ ਉਹਨਾਂ ਨੇ ਦੋ ਗੱਲਾਂ ਤੇ ਮੰਨ ਹੀ ਲਈਆਂ। ਇੱਕ ਜਿਹੜਾ ਪੋਲਿਊਸ਼ਨ ਵਾਲਾ ਕਾਨੂੰਨ ਸੀਗਾ, ਉਹ ਉਹਨਾਂ ਨੇ ਕਿਹਾ ਕਿ ਅਸੀਂ ਰੱਦ ਕਰ ਦਿੰਦੇ, ਤੁਹਾਨੂੰ ਇਹਦੇ ਚੋਂ ਬਾਹਰ ਕਰ ਦਿੰਦੇ ਆ। ਇਸ ਤਰ੍ਹਾਂ ਬਿਜਲੀ ਵਾਲਾ ਜਿਹੜੀ ਉਹਨਾਂ ਨੇ ਆਰਡੀਨੈਂਸ ਬਣਾਇਆ ਹੋਇਆ ਸੀਗਾ, ਉਹ 'ਚ ਵੀ ਸੁਖਵਿੰਦਰ ਉਹਨਾਂ ਨੇ ਕਿਹਾ ਕਿ ਇਸ ਨੂੰ ਵੀ ਅਸੀਂ ਵਾਪਸ ਲੈ ਲੈਂਦੇ। ਜਾਣੀ ਦੋ ਕਾਨੂੰਨਾਂ ਨੂੰ ਤੇ ਇੱਕ ਪਾਸੇ ਕਰ ਦਿੱਤਾ ਸਰਕਾਰ ਨੇ, ਘੱਟੋ ਘੱਟ ਗੱਲਾਂ ਦੇ ਵਿੱਚ। ਰਹੀ ਗੱਲ ਜਿਹੜੇ ਮੁੱਖ ਜਿਸ ਕਰਕੇ ਸਾਰਾ ਜਮਾਵੜਾ ਉੱਥੇ ਲੱਗਾ, ਜਿਹੜਾ ਅਸੀਂ ਉੱਥੇ, ਮੈਂ ਤੇ ਇਹ ਕਹਿਣਾ ਸ਼ੁਰੂ ਕੀਤਾ ਕਿ ਉਹ ਇੱਕ ਬੇਗਮਪੁਰਾ ਦਾ ਸ਼ਹਿਰ ਵਸ ਚੁੱਕਿਆ, ਜਿੱਥੇ ਲੋਕਾਂ ਨੂੰ ਗਮ ਨਹੀਂ ਹੈ, ਖੁਸ਼ੀ ਹੈ, ਜੋਸ਼ ਆ, ਭਾਈਚਾਰਾ ਆ, ਪਿਆਰ ਆ, ਇੱਕ ਦੂਜੇ ਦਾ ਸਤਿਕਾਰ ਹੈਗਾ, ਇੱਕ ਦੂਜੇ ਤੇ ਭਰੋਸਾ ਹੈਗਾ। ਬੜੀਆਂ ਚੰਗੀਆਂ ਗੱਲਾਂ, ਇਮਾਨਦਾਰੀ ਦਾ ਉੱਥੇ ਬੋਲਬਾਲਾ ਹੈਗਾ। ਇਹ ਇੱਕ ਨਵਾਂ ਸ਼ਹਿਰ ਵਸਿਆ, ਉਹ ਕਿੰਨਾ ਚਿਰ ਰਹਿੰਦਾ ਕਿੰਨਾ ਚਿਰ ਨਹੀਂ ਰਹਿੰਦਾ, ਪਰ ਇਹਦੇ ਜਿਹੜੇ ਲੀਕਾਂ ਇਹ ਖਿੱਚ ਚੱਲੇ ਲੋਕਾਂ ਦੇ ਦਿਲਾਂ ਦੇ ਉੱਤੇ, ਲੋਕਾਂ ਦੀਆਂ ਆਤਮਾ ਦੇ ਉੱਤੇ, ਉਹਦੇ ਲੰਬੀ ਦੇਰ ਤੱਕ, ਉਮਰਾਂ ਤੱਕ ਇਹਨਾਂ ਗੱਲਾਂ ਦਾ ਅਸਰ ਰਹੂਗਾ। ਉਸ ਦੇ ਵਿੱਚੋਂ ਜਿਹੜਾ ਇੰਨੀ ਜ਼ਬਰਦਸਤ ਢੰਗ ਦੇ ਨਾਲ ਇਹ ਸਾਰੇ ਸਾਡੇ ਸਾਥੀ ਕਿਸਾਨ ਵੀਰ ਭੈਣਾਂ ਸਾਰੇ ਲੱਗੇ ਸੀ, ਉਸ ਦਾ ਪਹਿਲਾ ਰਿਜ਼ਲਟ ਇਹ ਚੰਗਾ ਸੁਖਵਿੰਦਰ ਜੀ ਆਇਆ ਕਿ ਘੱਟੋ ਘੱਟ ਸਰਕਾਰ ਇੰਨਾ ਕਿਤੇ ਮੰਨੀ ਕਿ ਇਹਨਾਂ ਨੂੰ ਤੇ ਦੋਵੇਂ ਪਾਸੇ ਰੱਖ ਦਿਓ, ਜਿਹੜੇ ਬਾਕੀ ਚਾਰ ਹੈਗੇ ਉਹਨਾਂ ਤੇ, ਜਿਸ ਕਰਕੇ ਇਹ ਸਾਰੇ ਆਏ ਆ ਕਿ ਉਹਨਾਂ ਤੇ ਵੀ ਅਸੀਂ ਗੱਲ ਹੁਣ 4 ਤਰੀਕ ਨੂੰ ਕਰਾਂਗੇ। ਤੇ ਮੈਨੂੰ ਇੱਕਦਮ ਇਸ ਗੱਲ ਦਾ ਜਿਹੜੀ ਭਿਣਕ ਲੱਗ ਗਈ ਮੈਨੂੰ। ਮੈਂ ਜਦੋਂ ਅਜੇ ਕੱਲ ਹੀ ਉੱਥੇ ਸੀਗਾ ਤੇ ਉੱਥੇ ਵੀ ਕੁਝ ਲੀਡਰਾਂ ਨੂੰ ਮੈਂ ਕਹਿੰਦਿਆਂ ਸੁਣਿਆ ਸੀ, ਹਾਲਾਂਕਿ ਵਿਸ਼ਵਾਸ ਨਹੀਂ ਸੀ ਆ ਰਿਹਾ ਕਿ ਪ੍ਰੋਫੈਸਰ ਸਾਹਿਬ, ਜਿਹੜਾ ਤੁਸੀਂ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਕਹਿ ਰਹੇ ਆ ਕਿ ਜੇ ਸਿੱਧਾ ਤੁਹਾਨੂੰ ਭੱਜਣਾ ਔਖਾ ਲੱਗਦਾ, ਸ਼ਰਮ ਆਉਂਦੀ ਆ, ਤੁਹਾਡਾ ਨੱਕ ਨਹੀਂ ਰਹਿੰਦਾ ਤੇ ਤੁਸੀਂ ਕੋਰਟ ਰਾਹੀਂ ਭੱਜ ਜਾਓ। ਕਈਆਂ ਨੇ ਇਹ ਵੀ ਕਿਹਾ ਕਿ ਪ੍ਰੋਫੈਸਰ ਸਾਹਿਬ ਇਹ ਗੱਲ ਕਿਉਂ ਕਹਿੰਦੇ। ਮੈਨੂੰ ਪਤਾ ਹੈ ਕਿ ਜਿਹੜੇ ਆਕੜੂ ਲੋਕ ਹੁੰਦੇ ਆ, ਜਿਹੜੇ ਲੋਕਾਂ ਦੇ ਪ੍ਰਤੀ ਸੁਹਿਰਦ ਨਹੀਂ ਹੈ, ਤੇ ਉਹਨਾਂ ਨੇ ਨਾ ਆਕੜ ਆਪਣੀ ਰੱਖਣੀ ਹੁੰਦੀ ਆ। ਅਸੀਂ ਇਹੀ ਦੱਸ ਰਹੇ ਸੀ ਵੀ ਆਕੜ ਰੱਖ ਲਓ, ਸਾਨੂੰ ਕੋਈ ਦਿੱਕਤ ਨਹੀਂ ਹੈਗੀ, ਪਰ ਤੁਸੀਂ ਜਿਹੜਾ ਇਹ ਕੰਮ ਕੀਤੇ ਬਗੈਰ ਕਿਤੇ ਹਿੱਲ ਨਹੀਂ ਸਕਦੇ, ਫਿਰ ਨਹੀਂ ਤੇ ਆਕੜ ਵੀ ਭੱਜੂਗੀ ਤੇ ਹੋਰ ਵੀ ਕਈ ਕੁਛ ਜਿਹੜਾ ਤੁਹਾਨੂੰ ਹੋਰ ਬਾਕੀ ਕਾਨੂੰਨਾਂ ਦਾ ਵੀ ਪਿੱਛੇ ਲੋਕ ਇਕੱਠੇ ਹੋ ਜਾਣਗੇ, ਭਾਵੇਂ ਉਹ ਲੇਬਰ ਦੇ ਕਾਨੂੰਨ ਆ, ਹੋਰ ਕਾਨੂੰਨ ਆ, ਧਾਰਾ 370 ਆ, ਸੀਏ, ਇਹ ਸਾਰਾ ਮਿਲ ਜਾਊਗਾ। ਫਿਰ ਜੇ ਤੁਸੀਂ ਛੇਤੀ ਆਖੇ ਨਹੀਂ ਲੱਗੇ ਤੇ ਉਹਨਾਂ ਨੂੰ ਸਮਝ ਪੈ ਗਈ ਹੈ, ਇਸ ਗੱਲ ਦੀ ਪੈ ਗਈ ਹੈ। 4 ਤਰੀਕ ਨੂੰ ਤੁਹਾਨੂੰ ਪਤਾ ਕੋਰਟਾਂ ਦੁਬਾਰਾ ਖੁੱਲਣੀਆਂ, 4 ਤਰੀਕ ਨੂੰ 2 ਵਜੇ ਦੁਬਾਰਾ ਉਸੇ ਹੀ ਹਾਲ ਦੇ ਵਿੱਚ ਵਿਗਿਆਨ ਭਵਨ 'ਚ ਮੀਟਿੰਗ ਰੱਖੀ ਗਈ ਹੈ। ਇਹਦਾ ਮਤਲਬ ਇਹ ਲੱਗਦਾ ਕਿ ਦੁਪਹਿਰੋਂ ਪਹਿਲਾਂ ਹੋ ਸਕਦਾ ਕਿ ਜਿਵੇਂ ਸੁਪਰੀਮ ਕੋਰਟ ਨੇ ਪਹਿਲਾਂ ਹੀ ਇੱਕ ਸੁਣਵਾਈ ਕੀਤੀ ਸੀਗੀ, ਉਹ ਉਸੇ ਤਰੀਕੇ ਨਾਲ ਉਮੀਦ ਕਰਦੇ ਆ ਕਿ 3 ਕਾਨੂੰਨਾਂ ਨੂੰ ਤੇ ਸਸਪੈਂਡ ਕਰ ਦੇਣਗੇ, ਜਿਹਦੇ ਵਿੱਚ ਹੋਰਡਿੰਗ ਵਾਲਾ ਕਾਨੂੰਨ ਹੈਗਾ ਆ, ਦੂਸਰੇ 2 ਕਿਸਾਨਾਂ ਦੇ ਕਾਨੂੰਨ ਆ, ਕੰਟਰੈਕਟ ਫਾਰਮਿੰਗ ਆ, ਮਿਨੀਮਮ ਸਪੋਰਟ ਪ੍ਰਾਈਸ ਵਾਲੇ, ਜਿੱਥੇ ਮਾਰਕੀਟਿੰਗ ਨੂੰ ਤੋੜਨਾ ਚਾਹੁੰਦੇ ਆ, APMC ਨੂੰ ਤੋੜਨਾ ਚਾਹੁੰਦੇ, ਉਹ ਸਾਰੇ 3 ਕਾਨੂੰਨ ਜਿਹੜੇ ਆ ਉਹ ਵਾਪਸ ਜੇ ਨਹੀਂ ਵੀ ਕਰਨਗੇ ਤੇ ਸਸਪੈਂਡ ਕਰਨਗੇ, ਡੀਨੋਟੀਫਾਈ ਕਰਨਗੇ। ਇਹਦਾ ਮਤਲਬ ਇਹ ਹੋਊਗਾ ਕਿ ਦੁਬਾਰਾ ਕਮੇਟੀਆਂ ਬਣਨਗੀਆਂ, ਫਿਰ ਹੋਊਗਾ, ਦੇਖਿਆ ਜਾਊਗਾ ਕੀ ਹੁੰਦਾ ਕੀ ਨਹੀਂ ਹੁੰਦਾ, ਖਟਾਰੇ 'ਚ ਗੱਲ ਪੈ ਜੂ। ਪਰ ਜਿਹੜੀ ਇਹਦੇ 'ਚ ਸੁਖਵਿੰਦਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ, ਔਰ ਜਿਹੜੀ ਬੜੀ ਹੀ ਪਤੇ ਦੀ ਗੱਲ ਹੈ, ਔਰ ਸਾਰੀਆਂ ਯੂਨੀਅਨਾਂ ਯੂਨੈਨਿਮਸਲੀ ਉਹਦੇ ਤੇ ਐਗਰੀ ਹੀ ਨਹੀਂ ਕਰਦੀਆਂ, ਜਿਹਨੂੰ ਕਹਿੰਦੇ ਹੈਲ ਬੈਂਟ ਅਪਨ, ਉਹ ਪੂਰੀ ਤਰ੍ਹਾਂ ਪੂਰਾ ਇਸ ਗੱਲ ਤੇ ਬਜ਼ਿੱਦ ਹੈਗੀਆਂ। ਜਿਵੇਂ ਮੋਦੀ ਜੀ ਕਹਿੰਦੇ ਮੈਂ ਪਿਛਾਂਹ ਨਹੀਂ ਹਟਣਾ, ਉਹ ਕਹਿੰਦੇ ਆ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਨੂੰ ਕਾਨੂੰਨਨ ਕਰਾਰ ਦੇ ਕੇ ਹੀ ਵਾਪਸ ਜਿਹੜੇ ਆ ਜਿੱਤ ਦੇ ਨਗਾਰੇ ਵਜਾਉਂਦੇ ਅਸੀਂ ਪੰਜਾਬ ਹਰਿਆਣਾ ਜਿੱਥੋਂ ਆਏ ਆ ਜਾਵਾਂਗੇ। ਹੁਣ ਇਹਦੇ ਤੇ ਮੋਦੀ ਜੀ ਨੇ, ਮੈਨੂੰ ਲੱਗਦਾ ਅਜੇ ਕਾਫੀ ਅੜੀ ਉਹਨਾਂ ਦੀ ਹੋਊਗੀ, 4 ਤਰੀਕ ਦੀ ਮੀਟਿੰਗ ਤੋਂ ਬਾਅਦ ਵੀ ਹੋਊਗੀ, ਹੋ ਸਕਦਾ 4 ਕਾਨੂੰਨਾਂ ਤੇ ਹੀ ਰਹੇ, ਪਰ ਮੈਨੂੰ ਇੱਕ ਲੱਗਦਾ ਕਿ 3 ਕਾਨੂੰਨਾਂ ਤੋਂ ਤੇ ਭੱਜਣ ਦਾ ਰਾਹ, ਜਿਵੇਂ ਕੋਰਟ ਨੇ ਪਹਿਲਾਂ ਮਾੜੀ ਜੀ ਕੌਡੀ ਸੁੱਟ ਕੇ
ਉਹੋ ਜਿਹਾ ਰਾਹ ਦਿਖਾ ਹੀ ਦਿੱਤਾ ਕਿ ਅਸੀਂ ਸਸਪੈਂਡ ਕਰ ਦੇਣੇ ਚਾਹੀਦੇ ਆ, ਕਿਸਾਨਾਂ ਨੂੰ ਵੀ ਇੱਥੇ ਬੈਠੇ ਰਹਿਣਾ ਚਾਹੀਦਾ, ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ, ਅਸੀਂ ਕਿਉਂਕਿ ਉਹ ਬੜਾ ਸ਼ਾਂਤਮਈ ਕਰ ਰਿਹਾ, ਇਹ ਉਹਨਾਂ ਦਾ ਰਾਈਟ ਹੈ। ਸਾਰੀਆਂ ਗੱਲਾਂ ਤੁਸੀਂ ਸੁਣੀਆਂ, ਅਸੀਂ ਸਾਰਿਆਂ ਨੇ ਕੀਤੀਆਂ। ਗੱਲ ਉੱਥੇ ਕਿ ਜੇ ਆ ਕੇ ਸੂਈ ਟਿਕ ਰਹੀ ਹੈ, ਪਰ MSP ਤੇ ਸਰਕਾਰ ਜਿਹੜੀ ਆ ਉਹ ਬਹੁਤ ਮੈਨੂੰ ਲੱਗਦਾ ਕਿ ਅੜੂਗੀ। ਅੜਨ ਦੀ ਸੁਖਵਿੰਦਰ ਜੀ ਸਾਫ਼-ਸਾਫ਼ ਗੱਲ ਇਹ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਜੇ ਸਾਨੂੰ 17 ਲੱਖ ਕਰੋੜ ਰੁਪਇਆ ਦੇਣਾ, ਪਤਾ ਨਹੀਂ ਕਿਹੜੇ ਕੈਲਕੂਲੇਸ਼ਨ ਹੈ, ਕਿਹੜਾ ਅਲਜਬਰਾ ਪੜ੍ਹਿਆ, ਕਿਹੜਾ ਹਿਸਾਬ ਪੜ੍ਹਿਆ, ਕਿਹੜਾ ਨੀਤੀ ਯੋਗ ਇਹਨਾਂ ਨੂੰ ਕਿਹੋ ਜਿਹਾ ਝੂਠ ਸੱਚ ਜਿਹਾ ਗੁੰਨ ਕੇ ਦੇਈ ਜਾਂਦਾ। ਇਹ ਗਾਂ ਉਹਨੂੰ ਵੇਲ ਕੇ ਲੋਕਾਂ 'ਚ ਸੁੱਟੀ ਜਾਂਦੇ ਆ, ਲੰਗਰ ਲਾਈ ਜਾਂਦੇ ਝੂਠ ਦਾ। ਇਹਦੇ 'ਚ ਕੁਛ ਨਹੀਂ ਹੈ ਮੇਰੇ ਮੁਤਾਬਕ। ਅਸੀਂ ਵੀ ਇੰਨੀ ਕੁ ਇਕਨੋਮਿਕਸ ਅਸੀਂ ਪੜ੍ਹੇ ਆ, ਮੋਦੀ ਜੀ ਤੇ ਸ਼ਾਇਦ ਉਹ ਜੀ ਨਹੀਂ ਪੜ੍ਹੇ, ਨਾ ਕੁਝ ਲਿਖਿਆ ਹੀ। ਅਸੀਂ ਤੇ ਲਿਖਿਆ ਇਕਨੋਮਿਕਸ 'ਚ 4 ਕਿਤਾਬਾਂ ਕਿ ਜੇ ਸ਼ੁਰੂ 'ਚ 3 ਲੱਖ ਕਰੋੜ ਰੁਪਈਆ ਵੀ ਇਹ ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਡਿਸਟ੍ਰੀਬਿਊਟ ਕਰਨ, ਉਹਦੇ 'ਚ ਉਹਨਾਂ ਨੂੰ ਚੰਗਾ ਭਾਅ ਮਿਲ ਜਾਏ ਤੇ ਇੱਕ ਤੇ ਜੈ ਜੈਕਾਰ ਹੋਊਗੀ। ਪ੍ਰਧਾਨ ਮੰਤਰੀ ਦਾ ਜਿਹੜਾ ਹੁਣ ਥੱਲੇ ਡਿੱਗਦਾ ਅਕਸ਼ ਆ, ਉਹਦੇ 'ਚ ਫਿਰ ਹਵਾ ਥੋੜੀ ਭਰ ਜੂਗੀ, ਨਹੀਂ ਤੇ ਹਵਾ ਬੜੀ ਤੇਜ਼ੀ ਨਾਲ ਨਿਕਲ ਰਹੀ, ਥੱਲੇ ਡਿੱਗ ਰਹੀ ਹੈ ਬਹੁਤ ਤੇਜ਼ੀ ਨਾਲ। ਆ ਹਰਿਆਣੇ ਦੀਆਂ ਅੱਜ ਚੋਣਾਂ ਦਾ ਰਿਜ਼ਲਟ ਆ ਗਿਆ ਸਾਹਮਣੇ, ਉਹੀ ਥੂਈ ਹੋ ਰਹੀ ਆ। ਉਹ ਚੈਨਲ ਕਰ ਰਹੇ ਆ ਜਿਹੜੇ ਬਿਲਕੁਲ ਉਹਨਾਂ ਦੇ ਚਮਚੇ ਚੈਨਲ ਆ। ਮੈਂ ਤੇ ਹੈਰਾਨ ਆ ਕਿ ਇੱਕੋ ਹੀ ਚੋਣਾਂ ਦਾ ਝਟਕਾ ਲੱਗਾ। ਜਿਹੜੀਆਂ ਮਿਊਨਿਸਪਲ ਕਮੇਟੀਆਂ ਦੀਆਂ ਤੇ ਉਹਨਾਂ ਦੀਆਂ ਨਗਰ ਨਿਗਮ ਦੀਆਂ ਚੋਣਾਂ ਸੀਗੀਆਂ, ਉਹਦੇ 'ਚ ਜਦੋਂ ਹੁਣ ਚਿੱਤ ਕੀਤਾ ਨਾ ਲੋਕਾਂ ਨੇ, ਵਿੱਚੇ JJP ਵਿੱਚੇ BJP, ਸਮਝ ਪੈ ਗਈ ਆ। ਹੁਣ ਆਉਣ ਵਾਲੇ ਸਮੇਂ 'ਚ ਦੇਖਿਓ ਸਹੀ ਇਹਦਾ ਰਿਜ਼ਲਟ ਕੀ ਨਿਕਲਣਾ। ਤੇ ਇਸ ਲਈ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਕਿ MSP ਨੂੰ ਜੇ ਕਾਨੂੰਨਨ ਕਰਾਰ ਦੇ ਦੇਣਗੇ ਸੁਖਵਿੰਦਰ ਜੀ, ਉਹਦੇ 'ਚ ਸਰਕਾਰ ਨੂੰ ਆਰਥਿਕ ਤੌਰ ਤੇ ਬਹੁਤ ਫਾਇਦਾ ਹੋਊਗਾ। ਜਿਹੜਾ ਇਹ $5 ਟ੍ਰਿਲੀਅਨ ਦੀ ਇਕਨੋਮੀ ਬਣਾਉਣਾ ਚਾਹੁੰਦੇ, ਉਧਰ ਨੂੰ ਇੱਕ ਵੱਡੀ ਪਲਾਂਘ ਹੋਊਗੀ। ਲੋਕਾਂ ਕੋਲ ਪੈਸਾ ਹੋਊਗਾ, ਮਾਰਕੀਟ ਗਰਮ ਹੋਊਗੀ, ਫੈਕਟਰੀਆਂ ਚੱਲਣ ਲੱਗਣਗੀਆਂ, ਫਿਰ ਦੁਬਾਰਾ ਜਿਹੜਾ ਕਰੋਨਾ ਤੋਂ ਪਹਿਲੇ ਟਾਈਮ ਦਾ ਹਾਲਾਤ ਚੰਗੇ ਪੈਦਾ ਹੋਣਗੇ। ਨਹੀਂ ਤੇ ਜਿੱਧਰ ਨੂੰ ਇਹ ਹੁਣ ਚੱਲੇ ਆ ਕਿ ਸਾਰਾ ਕੁਝ ਕੁ ਲੋਕਾਂ ਦੀ ਜੇਬ 'ਚ ਪਾਉਣਾ, ਉਹ ਦੇਸ਼ ਦੀ ਆਰਥਿਕ ਤਬਾਹੀ ਤੇ ਹੋਊਗੀ ਕਿ ਲੋਕਾਂ ਦੀ ਵੀ ਤਬਾਹੀ ਹੋਊਗੀ। ਇਹ ਕੋਈ ਦੇਸ਼ ਭਗਤੀ ਵਾਲਾ ਕਦਮ ਨਹੀਂ ਹੋਊਗਾ ਸੁਖਵਿੰਦਰ। ਇੱਕ ਪ੍ਰੋਫੈਸਰ ਸਾਹਿਬ ਇਹ ਦੱਸੋ, ਤੁਸੀਂ ਕਿਹਾ ਕਿ 4 ਤਰੀਕ ਤੋਂ ਜਿਹੜੀ ਕੋਰਟਾਂ ਫਿਰ ਖੁੱਲਣ ਜਾ ਰਹੀਆਂ ਸੁਪਰੀਮ ਕੋਰਟ ਦੇ, ਤੁਹਾਨੂੰ ਕੀ ਲੱਗਦਾ ਉਸ ਦਿਨ ਕਿਤੇ ਇਹ ਨਾ ਹੋਵੇ ਕਿ ਸਰਕਾਰ ਦੀ ਇੱਕ ਮਨਸ਼ਾ ਦੂਜੀ ਵੀ ਹੋਵੇ, ਜਾਂ ਸੁਪਰੀਮ ਕੋਰਟ ਤੋਂ ਕੋਈ ਆਰਡਰ ਇਸ ਤਰੀਕੇ ਦੇ ਹੁਕਮ ਆ ਜਾਣ? ਜਿਵੇਂ ਤੁਸੀਂ ਕਹਿੰਦੇ ਹੋ ਕਿ ਸੁਪਰੀਮ ਕੋਰਟ ਕਹਿੰਦਾ ਕਿ ਥੋੜੀ ਦੇਰ ਲਈ ਇਹਨੂੰ ਰੋਕ ਲਓ, ਤੇ ਜੇ ਮੰਨ ਲਓ ਰੋਕ ਲਿਆ ਤਾਂ ਕੀ ਕਿਸਾਨਾਂ ਨੂੰ ਵਾਪਸ ਆ ਜਾਣਾ ਚਾਹੀਦਾ ਫਿਰ, ਕਿ ਖੇਤੀ ਨੂੰ ਰੱਦ ਕਰਵਾ ਕੇ ਹੀ ਵਾਪਸ ਆਉਣਾ? ਦੇਖੋ, ਕਿਸਾਨਾਂ ਕੋਲ ਛੋਟੇ ਵਕੀਲ ਨਹੀਂ ਹੈ, ਜਿਸ ਤਰ੍ਹਾਂ ਦਵੇ ਹੈ, ਫੂਲਕਾ ਹੈ, ਪ੍ਰਸ਼ਾਂਤ ਭੂਸ਼ਣ ਹੈ, ਹੋਰ ਵੀ ਕਈ ਉੱਥੇ ਚੰਗੇ ਸਾਡੇ ਕੋਲ ਗੌਂਸਾਲਵੀਜ਼ ਹੈ। ਚਾਰ ਸੁਪਰੀਮ ਕੋਰਟ ਦੇ ਜਿਹੜੇ ਸੀਨੀਅਰ ਵਕੀਲ ਹੈ ਉਹਨਾਂ ਨੂੰ ਪਹਿਲਾਂ ਕੰਸਲਟ ਕੀਤਾ। ਇਹ ਥੋੜੀ ਹੈ ਕਿ ਸਰਕਾਰ ਕੋਲ ਹੀ ਸਾਰਾ ਕੁਝ ਹੈਗਾ। ਇਹ ਆਰਡੀਨਰੀ ਜੱਟ ਬੂਟ ਅਨਪੜ੍ਹ ਕਿਸਾਨ ਨਹੀਂ ਹੈਗੇ, ਬੜੇ ਸੁਲਝੇ ਦੇਸ਼ਾਂ ਵਿਦੇਸ਼ਾਂ 'ਚ ਜਾਂਦੇ, ਜਹਾਜ਼ਾਂ 'ਚ ਝੂਟੇ ਲੈਂਦੇ ਕਿਸਾਨ ਆ। ਉਹਨਾਂ ਨੂੰ ਸਾਰੀ ਸਮਝ, ਖੁਦ ਬੜੇ ਪੜ੍ਹੇ ਲਿਖੇ ਆ, ਕੋਈ ਡਾਕਟਰ ਆ, ਕੋਈ ਪੜ੍ਹੇ ਲਿਖੇ ਆ, ਸਾਰੇ ਤਜਰਬੇਕਾਰ ਵੀ ਹੈਗੇ। ਉਹਨਾਂ ਨੂੰ ਵਰਗਲਾ ਨਹੀਂ ਸਕਣਗੇ ਕਿ ਇੰਝ ਹੀ ਕਰ ਦੇਣਗੇ, ਸਸਪੈਂਡ ਕਰਤਾ ਜੀ, ਜਾਓ ਹੁਣ ਹੋ ਗਿਆ, ਬਾਅਦ ਵਿੱਚ ਮੁੜ ਕੇ ਝੰਡਾ ਚੱਕ ਦੇਣਗੇ। ਨਹੀਂ ਜੀ, ਉਹ ਤੇ ਐਵੇਂ ਮਹੀਨੇ ਲਈ ਸਸਪੈਂਡ ਕੀਤਾ ਸੀਗਾ, ਹੁਣ ਉਹ ਲਾਗੂ ਕਰਨਾ ਪੈਣਾ, ਸਾਡੀ ਮਜਬੂਰੀ ਆ। ਇਸ ਤਰ੍ਹਾਂ ਨਹੀਂ ਹੋਊਗਾ, ਪੱਕੇ ਠੱਕੇ ਸਾਰਾ ਕੁਝ ਕਰਨਾ ਪਊਗਾ। ਹਾਂ, ਜੇ ਇਹੋ ਜੀ ਗਲਤੀ ਇਹਨਾਂ ਨੇ ਕਰ ਲਈ, ਉਹਨਾਂ ਦੀਆਂ ਗੱਲਾਂ ਮਿੱਠੀਆਂ 'ਚ ਆ ਗਏ, ਜਿਹੜਾ ਕਿ ਮੈਨੂੰ ਨਹੀਂ ਕੋਈ ਵੀ ਉਮੀਦ, 1% ਵੀ ਉਮੀਦ ਨਹੀਂ ਕਿ ਉਹ ਮਿੱਠੀਆਂ ਗੱਲਾਂ ਚਾਹਣਗੇ। ਜੇ ਆ ਗਏ ਤੇ ਫਿਰ ਧੋਖੇ ਵਾਲੀ ਗੱਲ ਹੋਊਗੀ। ਇਹਦੇ ਤੋਂ ਬਚਣਾ ਚਾਹੀਦਾ। ਹਾਂ, ਸਸਪੈਂਡ ਦਾ ਕਰਨਾ, ਜਿਹੜਾ ਸਾਨੂੰ ਜਿੰਨੀ ਕੁ ਇਨਫੋਰਮੇਸ਼ਨ ਮਿਲੀ ਸੀ ਸੁਖਵਿੰਦਰ, ਉਹਦਾ ਮਤਲਬ ਹੁੰਦਾ ਕਿ ਡੀਨੋਟੀਫਾਈ ਕਰਨਾ। ਜਦੋਂ ਗਜਟ 'ਚੋਂ ਡੀਨੋਟੀਫਾਈ ਹੋ ਜਾਏ ਤੇ ਉਹ ਇਨਫੈਕਟਿਵ ਹੋ ਜਾਂਦਾ, ਉਹ ਕਾਨੂੰਨ ਕਿਤੇ ਵੀ ਲਾਗੂ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਰੀਨੋਟੀਫਾਈ ਫਿਰ ਤਾਂ ਹੋਊਗਾ ਜਦੋਂ ਦੁਬਾਰਾ ਅਮੈਂਡ ਹੋਊਗਾ, ਕਮੇਟੀ ਕਹੂਗੀ, ਰਿਕਮੈਂਡੇਸ਼ਨਾਂ ਦੇਣਗੇ, ਉਹ 'ਚ ਤੇ ਪੀਸਾਈਨਾਥ ਦਾ ਵੀ ਨਾਂ ਆ ਉੱਥੇ। ਫਿਰ ਇਹ ਸਾਡੇ ਕਿਸਾਨ ਵੀਰ ਵੀ ਕਹਿਣਗੇ ਨਾ ਕਿ ਸਾਡੀ ਮੈਜੋਰਟੀ ਹੋਣੀ ਚਾਹੀਦੀ ਉਸ ਕਮੇਟੀ 'ਚ, ਅਸੀਂ ਜਾਣ। ਇਹ ਸਾਰੀਆਂ ਗੱਲਾਂ ਫਿਰ ਬਾਅਦ ਵਿੱਚ ਲੌਜਿਸਟਿਕਸ ਦੀਆਂ ਹੋਣਗੀਆਂ ਕਿ ਅਸੀਂ ਉੱਥੇ ਆਪਣੀ ਕਿਵੇਂ ਜਿਹੜੀ ਮੈਜੋਰਿਟੀ ਆ ਜਾਂ ਆਪਣਾ ਦਬਦਬਾ ਕਾਇਮ ਰੱਖਣਾ ਉਸ ਕਮੇਟੀ ਵਿੱਚ ਵੀ, ਜਿਹੜੀ ਇਹਨਾਂ ਨੂੰ ਦੁਬਾਰਾ ਕਦੀ ਰੀਵਿਊ ਕਰਨ ਲਈ ਜਾਂ ਰੀਨੋਟੀਫਾਈ ਕਰਨ ਲਈ ਕਦੀ ਵੀ ਕਮੇਟੀ ਬਣੂਗੀ। ਮੈਂ ਇਹ ਕਹਿੰਦਾ ਇਹ ਤੇ ਸਾਰਾ ਹੋ ਜਾਊਗਾ, ਐਸੈਂਸ਼ੀਅਲ ਕਮੋਡਿਟੀਜ਼ ਐਕਟ ਦਾ ਵੀ ਹੋ ਜਾਊਗਾ। ਜਿਹੜਾ ਅਸਲੀ ਮੁੱਦਾ ਆ, ਜਿੱਥੇ ਸਾਰੇ ਦੇਸ਼ ਦੇ ਕਿਸਾਨਾਂ ਨੂੰ, ਜਿਨ੍ਹਾਂ ਨੇ ਅੱਜ ਤੱਕ ਕਦੀ MSP ਦਾ ਮੂੰਹ ਨਹੀਂ ਦੇਖਿਆ, ਜਿਹੜੇ ਬਿਹਾਰ ਦੀ ਤੇ ਮੱਧ ਪ੍ਰਦੇਸ਼ ਦੀ ਤੇ ਯੂਪੀ ਦਾ ਝੋਨਾ ਇੱਥੇ ਪੰਜਾਬ 'ਚ ਆ ਕੇ ਵਿਕਿਆ 10,000 ਕਰੋੜ ਦਾ, ਤੇ ਐਤਕੀ ਵਿਕ ਗਿਆ। ਪੰਜਾਬ ਦਾ ਤੇ 30,000 ਕਰੋੜ ਦਾ ਹੀ ਵਿਕਿਆ, ਤੇ 10,000 ਕਰੋੜ ਦੇ ਉਹ ਫਾਇਦੇ ਲੈ ਕੇ ਗਏ ਆ ਉਹਨਾਂ ਦੇ, ਉਹ ਗਰੀਬ ਕਿਸਾਨ ਨੂੰ ਨਹੀਂ ਮਿਲਿਆ।
ਜਿਹੜੇ ਮਿਡਲਮੈਨ ਸੀ, ਆੜਤੀਏ ਸੀ, ਵਪਾਰੀ ਸੀ, ਉਹ ਲੈ ਗਏ ਜੇਬਾਂ 'ਚ ਪਾ ਕੇ। ਕੁਝ ਸਾਨੂੰ ਸਰਕਾਰ ਨੂੰ, ਪੰਜਾਬ ਨੂੰ ਫਾਇਦਾ ਹੋਇਆ ਸੀ 100 ਕਰੋੜ ਰੁਪਏ ਦਾ, ਉਹਦੇ 'ਚ ਸਾਨੂੰ ਵੀ ਫਾਇਦਾ ਹੋਇਆ ਕਿਉਂਕਿ ਸਾਡੀਆਂ ਮੰਡੀਆਂ ਵਰਤੀਆਂ ਗਈਆਂ, ਸਾਨੂੰ ਟੈਕਸ ਮਿਲ ਗਿਆ, ਉਹ ਜਿਹੜੀ ਲੈਵੀ ਸਾਨੂੰ ਮਿਲਣੀ ਸੀਗੀ। ਇਸ ਲਈ ਇਹ ਜਦੋਂ ਸਾਰੇ ਦੇਸ਼ ਦੇ ਕਿਸਾਨਾਂ ਲਈ ਹੋਊਗਾ, ਜਾਗਰਤੀ ਆ ਰਹੀ ਹੈ। ਮੈਂ ਤੁਹਾਨੂੰ ਇਹ ਦੱਸਾਂ, ਅੱਜ ਪਟਨੇ ਦੇ ਵਿੱਚ ਲਾਠੀ ਚਾਰਜ ਹੋਇਆ ਆ ਔਰ ਉਹ ਜਾਣਾ ਚਾਹੁੰਦੇ ਸੀਗੇ ਉੱਥੇ। ਉਹਨਾਂ ਨੇ ਕਿਹਾ ਤਿੰਨੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਯੂਪੀ ਤੋਂ, ਜਾਟ ਬੈਲਟ ਤੋਂ ਹੋਰ 1 ਹਫ਼ਤੇ ਤੱਕ ਵੱਡੀ ਪੱਧਰ ਤੇ ਕਿਸਾਨ ਇੱਧਰ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ। ਤੁਹਾਨੂੰ ਪਤਾ ਕੇਰਲਾ ਦੇ ਵਿੱਚ ਪਹਿਲਾਂ ਹੀ ਉਹਨਾਂ ਨੇ 31 ਤਰੀਕ ਨੂੰ, ਜਾਣੀ ਕੱਲ ਨੂੰ, ਆਪਣੀ ਅਸੈਂਬਲੀ ਦਾ ਸੈਸ਼ਨ ਸੱਦ ਲਿਆ। ਤਿੰਨੇ ਕਾਨੂੰਨਾਂ ਨੂੰ ਚੱਕ ਕੇ ਰੱਦੀ ਦੀ ਟੋਕਰੀ 'ਚ ਸੁੱਟ ਦੇਣਾ। ਮਹਾਰਾਸ਼ਟਰ ਦੇ ਵਿੱਚੋਂ ਸ਼ਰਦ ਯਾਦਵ ਦਾ ਬਿਆਨ ਆ ਰਿਹਾ ਹੈ, TMC ਦਾ ਮਮਤਾ ਬੈਨਰਜੀ ਦਾ ਉੱਥੋਂ ਬਿਆਨ ਆ ਰਿਹਾ ਕਿ ਕੁਝ ਸ਼ਰਮ ਕਰੋ, ਇਹ ਕਿਸਾਨਾਂ ਨੂੰ ਤੁਸੀਂ ਬਚਾਉਣਾ ਹੈਗਾ। ਇਸੇ ਤਰ੍ਹਾਂ ਅਮਰਤਿਆ ਸੇਨ, ਨੋਬਲ ਲਾਰੀਅਟ, ਜਿਹੜੇ ਸਾਡੇ ਦੁਨੀਆ ਪ੍ਰਸਿੱਧ ਅਰਥ ਸ਼ਾਸਤਰੀ ਆ, ਉਹਨਾਂ ਨੇ ਕਹਿਤਾ ਕੀ ਕਰ ਰਹੇ ਆ ਤੁਸੀਂ, ਜਿਹੜਾ ਵੀ ਤੁਹਾਡੇ ਵਿਰੁੱਧ ਬੋਲਦਾ ਉਹਦੇ ਤੇ UAPA, ਇਹਨੂੰ ਅੰਦਰ ਸੁੱਟੋ, NIA ਲਾਓ, ਫਲਾਨਾ ਕਰੋ, ਇਹ ਬੰਦ ਕਰੋ। ਇਹ ਸਾਡੀ ਸੋਭਾ ਨਹੀਂ ਦਿੰਦਾ ਐਡੀ ਵੱਡੀ ਲੋਕਤੰਤਰਕ ਪ੍ਰਣਾਲੀ ਨੂੰ। ਤੇ ਤੁਸੀਂ ਨਾਲੋਂ ਨਾਲ ਇਹ ਜਿਹੜੇ ਕਾਨੂੰਨ ਆ ਇਹ ਵਾਪਸ ਲੈਣੇ ਚਾਹੀਦੇ ਆ। ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈਗੇ। ਜਦੋਂ ਏਡੇ ਵੱਡੇ ਅਰਥ ਸ਼ਾਸਤਰੀ, ਜਿਹੜੇ ਮਤਲਬ ਸੀਨੀਅਰ 87 years old, ਜਿਨ੍ਹਾਂ ਨੇ ਇਹ ਨਾਮਣਾ ਖੱਟਿਆ ਸਾਰੀ ਦੁਨੀਆ 'ਚ, ਸਾਡਾ ਪ੍ਰਾਈਡ ਹੈ, ਸਾਡਾ ਮਾਣ ਆ ਜਿਹੜਾ, ਉਹਨਾਂ ਨੂੰ ਸਾਨੂੰ ਉਹਨਾਂ ਦੇ ਉੱਤੇ, ਉਹ ਜਦੋਂ ਗੱਲ ਕਹਿ ਰਹੇ ਉਹਨਾਂ ਦੀ ਨਹੀਂ ਸੁਣ ਰਹੇ। ਕੀ ਕੰਨ ਬੋਲੇ ਹੋ ਗਏ ਆ ਕਿ ਕੰਨਾਂ ਦੀ ਮੈਲ ਕਢਾਉਣ ਵਾਲੀ ਹੋ ਗਈ ਆ ਸਰਕਾਰ ਦੀ? ਮੈਨੂੰ ਨਹੀਂ ਸਮਝ ਪੈਂਦੀ। ਇਹ ਸਮਝਣਗੇ ਤੇ ਚੰਗੀ ਗੱਲ ਆ, ਨਹੀਂ ਸਮਝਣਗੇ ਤੇ ਲੋਕਾਂ ਨੇ ਸਮਝਾਉਣਾ ਸ਼ੁਰੂ ਕਰਤਾ। ਪਹਿਲਾ ਪਾਠ ਅੱਜ ਪੜ੍ਹਾਤਾ, ਅਗਲਾ ਵੀ ਪੜ੍ਹ ਲੈਣਗੇ, ਹੌਲੀ ਹੌਲੀ ਡਿਗਰੀਆਂ ਕਰਾ ਕੇ ਛੱਡਣਗੇ। ਜੀ ਸ਼ੁਕਰੀਆ। ਅੱਛਾ ਮਨਜੀਤ ਸਿੰਘ ਜੀ, ਆਖਰੀ ਸਵਾਲ ਮੇਰਾ, ਕਿਉਂਕਿ ਤੁਹਾਡੇ ਕੋਲ ਵੀ ਘੱਟ ਹੈ, ਆਖਰੀ ਸਵਾਲ ਇਹੀ ਹੈ ਕਿ ਕੀ ਲੱਗਦਾ, ਤੁਸੀਂ ਕਹਿ ਰਹੇ ਕੋਈ ਸਰਕਾਰ ਨੇ ਪੈਰ ਜਿਹੜੇ ਨੇ ਹੌਲੀ ਹੌਲੀ ਪਿੱਛੇ ਖਿੱਚਣੇ ਸ਼ੁਰੂ ਕਰਕੇ, ਭੱਜ ਕੇ ਨਹੀਂ ਪਿੱਛੇ ਜਾ ਰਹੀ। ਦੂਜੀ ਗੱਲ ਇਹ ਕਿ ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਪੈਰ ਪਿੱਛੇ ਖਿੱਚਣ ਨਾਲ 4 ਤਰੀਕ ਨੂੰ ਜਾਂ ਕਾਨੂੰਨ ਰੱਦ ਹੋ ਸਕਦੇ ਨੇ? ਸਰਕਾਰ ਮੰਨ ਜੇਗੀ ਕਿ ਹੁਣ ਕਾਨੂੰਨ ਰੱਦ ਕਰ ਦਿੰਦੇ ਆ, ਭਾਵੇਂ ਉਹ ਘੁੰਡੀ ਆਪਣੀ ਕਿਤੇ ਨਾ ਕਿਤੇ ਰੱਖ ਲੈਣ, ਕਿ ਰੱਦ ਨਹੀਂ ਹੋਏ, ਕੈਂਸਲ ਨਾ ਕਹੇ, ਇਹੋ ਜਿਹਾ ਕੁਝ ਨਾ ਲਫ਼ਜ਼ ਵਰਤੋ, ਸਿੱਧਾ ਕਹਿ ਦੋ ਕਿ ਹਾਂ ਕਾਨੂੰਨ ਬਸ ਜਿਸ ਤਰੀਕੇ ਨਾਲ ਮੰਨ ਗਈ ਸਰਕਾਰ ਬਸ। ਮੈਂ ਸੁਖਵਿੰਦਰ ਦੁਬਾਰਾ ਇਹੀ ਗੱਲ ਕਹਿਣਾ ਆ, ਸਰਕਾਰ ਨੂੰ ਇਹ ਸਮਝ ਪੈ ਗਈ ਕਿ ਇਹਦੀ ਰਾਜਨੀਤਿਕ ਕੀਮਤ ਇੰਨੀ ਜ਼ਿਆਦਾ ਹੋਊਗੀ ਕਿ ਇਹ ਸਰਕਾਰ ਨੂੰ ਚਲਾਉਣਾ ਮੁਸ਼ਕਲ ਹੋ ਜਾਊਗਾ। ਇਹ ਸਰਕਾਰ ਇੱਕੋ ਹੀ, ਉਹ ਸਾਡੇ ਜਿਹੜੇ ਪੁਰਾਣੀਆਂ ਨਾਨੀਆਂ ਦਾਦੀਆਂ ਬਾਤਾਂ ਸੁਣਾਉਂਦੀਆਂ ਹੁੰਦੀਆਂ ਸੀ ਨਾ, ਇਹ ਸਰਕਾਰ ਦੀ ਸਾਰੀ ਤਾਕਤ ਇੱਕ ਬਿੰਦੂ ਤੇ ਆ, ਜਿਹਨੂੰ ਕਹਿੰਦੇ ਮੰਮੇ ਨਾਲ ਮੋਦੀ, ਮੰਮੇ ਹੋੜਾ ਮੋਦੀ। ਉਹ ਮੋਦੀ ਦਾ ਜਦੋਂ ਥੱਲੇ ਗ੍ਰਾਫ ਗਿਰ ਰਿਹਾ, ਲੋਕਾਂ ਵਿੱਚ ਓਏ ਤੋਏ ਹੋ ਰਹੀ। ਤੁਸੀਂ ਜਾ ਕੇ ਤੇ ਦੇਖੋ ਲੋਕਾਂ ਨੇ ਪੋਸਟਰਾਂ ਤੇ ਕੀ ਕੁਛ ਬਣਾਇਆ। ਚੰਗਾ ਨਹੀਂ ਲੱਗਦਾ ਮੈਨੂੰ ਦੇਖ ਕੇ। ਸਾਡੇ ਪ੍ਰਧਾਨ ਮੰਤਰੀ ਆ, ਕਿਤੇ ਖੋਤੇ ਤੇ ਚੜਾਇਆ, ਕਿਤੇ ਉਹਦਾ ਸੂਰ ਵਰਗਾ ਮੂੰਹ ਬਣਾ ਕੇ ਪੋਸਟਰ ਲਾਏ। ਪੋਸਟਰ ਨਹੀਂ, ਬੜੀਆਂ ਸੋਹਣੀਆਂ ਫਲੈਕਸਾਂ ਐਨ ਐਗਜ਼ੀਬਿਸ਼ਨਾਂ ਲੱਗੀਆਂ ਹੋਈਆਂ, ਕਿਤੇ ਮੂੰਹ ਦੇ ਉੱਤੇ ਤੁਸੀਂ ਗੋਬਰ ਸੁੱਟ ਦਿੱਤਾ। ਇਹ ਵੈਸੇ ਤੇ ਚਲੋ ਇਹ ਆਪਣੀ ਕਿਸਮ ਦੇ ਜਿਹੜੇ ਲੋਕ, ਜਿਹਨੂੰ ਜਿੰਨਾ ਸਮਝ ਪੈਂਦੀ ਉਸ ਤਰੀਕੇ ਨਾਲ ਗੁੱਸਾ ਕੱਢ ਰਹੇ ਆ। ਉਹ ਕਹਿੰਦੇ ਜੇ ਸਾਡੇ ਨਾਲ ਕਰੋਗੇ ਤੇ ਅਸੀਂ ਵੀ ਆਪਣਾ ਗੁੱਸਾ ਕੱਢਾਂਗੇ। ਪ੍ਰੋਟੈਸਟ ਦੇ ਹੋਰ ਵੀ ਬਹੁਤ ਵਧੀਆ ਤਰੀਕੇ ਹੋ ਸਕਦੇ, ਪਰ ਇਹ ਕੁਝ ਹੋ ਰਿਹਾ। ਮੇਰੇ ਕੋਲ ਫੋਟੋਆਂ ਪਈਆਂ, ਅਸੀਂ ਜਾ ਕੇ ਮੈਂ ਰਾਤੀ ਆਇਆ। ਇਹ ਸਾਰਾ ਕੁਝ ਗ੍ਰਾਫ ਜਿਹੜਾ ਡਿੱਗ ਰਿਹਾ, ਲੋਕਾਂ ਦੇ ਮਨਾਂ 'ਚੋਂ ਉਤਰ ਰਿਹਾ ਕਿ ਇਹਦੇ ਨਾਲੋਂ ਵੱਡਾ ਝੂਠਾ ਪ੍ਰਧਾਨ ਮੰਤਰੀ ਸਾਡੇ ਦੇਸ਼ ਨੂੰ ਕਦੀ ਨਾ ਮਿਲਿਆ ਤੇ ਨਾ ਮਿਲ ਸਕਦਾ। ਇਹ ਇਮੇਜ ਬਣ ਰਿਹਾ। ਤੇ ਕਿਵੇਂ ਚੱਲੂਗੀ ਪਾਰਟੀ? ਇਹ ਕਿਵੇਂ ਚੱਲੂਗੀ ਸਰਕਾਰ? ਜਦੋਂ ਭਰੋਸਾ ਚੁੱਕਿਆ ਜਾਏ ਬੰਦਿਆਂ ਤੋਂ, ਸਰਕਾਰ ਤੋਂ, ਹੀਰੋ ਤੋਂ ਹੀ, ਜਿਹੜਾ ਉਹਨਾਂ ਦਾ ਬਿਲਕੁਲ ਸੈਂਟਰਲ, ਜਿਹਨੂੰ ਕਹਿੰਦੇ ਆ ਇਹ ਆਈਕਨ ਹੈਗਾ, ਜਦੋਂ ਉਹਨੂੰ ਹੀ ਡਿਸਮੈਂਟਲ ਕਰਤਾ, ਉਹਨੂੰ ਹੀ ਲੋਕਾਂ ਨੇ ਆਪਣੇ ਮਨਾਂ ਤੋਂ ਕੱਢ ਕੇ ਰੱਖਤਾ, ਫਿਰ ਕੀ ਰਹੂਗਾ? ਨਾ BJP ਦਾ ਭਵਿੱਖ ਰਹੂਗਾ, ਨਾ RSS ਦਾ ਭਵਿੱਖ ਰਹੂਗਾ, ਨਾ ਇੱਥੇ ਹਿੰਦੂ ਰਾਸ਼ਟਰ ਦਾ ਭਵਿੱਖ ਰਹੂਗਾ, ਨਾ ਭਕਵੇਂ ਕਰਨ ਦਾ ਭਵਿੱਖ ਰਹੂਗਾ। ਤੇ ਆ ਜਿਹੜੇ ਬਾਕੀ ਦੇ 3.5 ਸਾਲ ਆ, ਉਹ ਵੀ ਕੱਢਣੇ ਬੜੇ ਔਖੇ ਹੋ ਜਾਣਗੇ। ਇਸ ਲਈ ਉਹਨਾਂ ਲਈ ਇਹੀ ਹੈ ਕਿ ਉਹ ਛੇਤੀ ਤੋਂ ਛੇਤੀ ਮੰਨ ਲੈਣ। ਅਸੀਂ ਤੇ ਬੜੀ ਦਿਨਾਂ ਦੇ ਕਹਿ ਰਹੇ ਹਾਂ ਕਿ ਇਹ ਜਿਹੜੀ ਹਵਾ ਚੱਲ ਪਈ ਆ, ਇਹ ਹੁਣ ਤੂਫਾਨ ਬਣ ਕੇ ਬਹੁਤ ਕੁਝ ਉਡਾ ਦੂਗੀ ਹਵਾ 'ਚ। ਜੋ ਗੰਦ ਮੰਦ ਇੱਥੇ ਜਮਾ ਹੋ ਗਿਆ ਨਾ, ਕੂੜਾ ਕਰਕਟ, ਉਡਾ ਕੇ ਸਮੁੰਦਰ 'ਚ ਸੁੱਟੂਗੀ। ਇਸ ਲਈ ਇਹ ਸਮਝ ਲਿਆ, ਮੈਨੂੰ ਲੱਗਦਾ ਸਮਝ ਪੈਣੀ ਸ਼ੁਰੂ ਹੋ ਗਈ। ਅੱਜ ਪਹਿਲੇ ਦਿਨ ਉਹਨਾਂ ਨੇ ਚੰਗਾ ਸਬਕ ਸਿੱਖ ਲਿਆ, ਦੋਵਾਂ ਮਿਨਿਸਟਰ ਸਾਹਿਬਾਨਾਂ ਨੇ। ਤਿੰਨੇ ਹੀ, ਸੋਮਨਾਥ ਵੀ ਉਹਨਾਂ ਦੇ ਵਿੱਚੇ ਸੀ, ਪਿਊਸ਼ ਗੋਇਲ ਸੀਗੇ, ਤੇ ਸਾਡੇ ਐਗਰੀਕਲਚਰ ਮਿਨਿਸਟਰ ਸੀ। ਬੜੇ ਚੰਗੇ ਤਰੀਕੇ ਨਾਲ ਲੰਗਰ ਵੀ ਛਕਿਆ, ਸਾਰਾ ਕੁਝ ਉਹਨਾਂ ਨੂੰ ਸ਼ਾਂਤੀ ਹੋਈ। ਲੰਗਰ ਛਕਿਆ ਤੇ ਚਲੋ ਥੋੜਾ ਜਿਹਾ ਉਹਨਾਂ ਨੂੰ ਵੈਸੇ ਵੀ ਉਸ ਰਾਹ ਦੇ ਉੱਤੇ ਉਹ ਠੀਕ ਠਾਕ ਹੁਣ ਚੱਲਣਗੇ। ਹਾਂਜੀ ਸੁਖਵਿੰਦਰ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸਮਾਂ ਦਿੱਤਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਖਵਿੰਦਰ ਜੀ, ਔਰ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਸਾਡੇ ਨਾਲ ਮੌਜੂਦ ਸਨ ਪ੍ਰੋਫੈਸਰ ਮਨਜੀਤ ਸਿੰਘ ਉੱਘੇ, ਸਿਆਸੀ ਮਾਹਰ। ਹੁਣ ਗੱਲ ਤਾਂ ਇਹੀ ਹੈ, ਜਿਵੇਂ ਇਹਨਾਂ ਨੇ ਕਿਹਾ ਕਿ ਲੋਕਾਂ ਦੇ ਵਿੱਚ, ਲੋਕ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਹਤਾਸ਼ ਹੋਣਗੇ, ਕਿਉਂਕਿ ਲੋਕ ਕਹਿਣਗੇ ਕਿ ਨੋਟਬੰਦੀ
ਸਾਨੂੰ ਕੀ ਫਾਇਦਾ ਹੋਇਆ? ਲੋਕ ਪੁੱਛਣਗੇ ਕਿ 15-15 ਲੱਖ ਕਿੱਥੇ ਗਿਆ? ਬੜੇ ਵਾਅਦੇ ਜਿਹੜੇ ਬੀਜੇਪੀ ਨੇ ਕੀਤੇ ਉਹ ਹਵਾ ਹੋ ਗਏ। ਹੁਣ ਗੱਲ ਖੇਤੀ ਕਾਨੂੰਨਾਂ ਦੀ ਰੱਦ ਕਰੇਗੀ ਜਾਂ ਨਹੀਂ, ਇਹ ਅਗਲੇ ਦਿਨਾਂ ਦੇ ਵਿੱਚ 4 ਤਰੀਕ ਨੂੰ ਫੇਰ ਮੀਟਿੰਗ ਹੈ। ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਤੁਹਾਡੇ ਰੂਬਰੂ ਕਰਾਂਗੇ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।